ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ। ਦੋ ਬਜ਼ੁਰਗ ਸ਼ਾਇਰ ਗੱਲਾਂ ਕਰ ਰਹੇ ਸਨ। ਇੱਕ ਨੇ ਕਿਹਾ, ਜੰਨਤ ਵਿੱਚ ਗਾਲਿਬ ਨੂੰ ਪੁੱਛਾਂਗੇ ਕਿ ਕਿਤਨੇ ਔਖੇ ਸ਼ੇਰ ਤੁਸੀਂ ਕਿਉਂ ਲਿਖੇ ਹਨ। ਦੂਜੇ ਨੇ ਕਿਹਾ, ਜੇ ਗਾਲਿਬ ਜੰਨਤ ਵਿੱਚ ਨਾ ਹੋਇਆ ਤਾਂ ਫਿਰ ਤੁਸੀਂ ਪੁੱਛ ਲੈਣਾ। ਮੁਸਲਿਮ ਦੇਸ਼ਾਂ ਵਿੱਚ ਮੁਆਫ਼ ਨਹੀਂ ਕੀਤਾ ਜਾਂਦਾ। ਗਲਤੀ ਜਾਂ ਜੁਰਮ ਦਾ ਸਿੱਟਾ ਭੁਗਤਣਾ ਪੈਂਦਾ ਹੈ। ਇਹਨਾਂ ਦੇਸ਼ਾਂ ਵਿੱਚ ਮੁਆਫ਼ ਕਰਨ ਦਾ ਅਰਥ ਹੈ ਆਪਣੇ ਪੂਰਵਜਾਂ ਦਾ ਅਪਮਾਨ। ਜਿੱਥੇ ਮੁਆਫ਼ ਨਹੀਂ ਕੀਤਾ ਜਾਂਦਾ ਉੱਥੇ ਪਰਿਵਰਤਨ ਨਹੀਂ ਵਾਪਰਦਾ। ਇਸਲਾਮ ਲਚਕਦਾਰ ਨਹੀਂ ਹੈ, ਸਖਤ ਅਤੇ ਬੇਕਿਰਕ ਹੈ। ਜਿਹੜੇ ਮੁਆਫ਼ ਨਹੀਂ ਕਰਦੇ ਉਹ ਅਤੀਤ ਵਿੱਚ ਵਿਚਰਦੇ ਹਨ। ਅਫਗਾਨਿਸਤਾਨ ਵਿੱਚ ਮੁਆਫ਼ ਕਰਨ ਦੀ ਪ੍ਰਥਾ ਨਹੀਂ ਹੈ। ਕਿਸੇ ਮੁਸਲਿਮ ਦੇਸ਼ ਵਿੱਚ ਨਹੀਂ ਹੈ। ਇਸ ਲਈ ਇਹ ਸਾਰੇ ਰੁਕੇ ਹੋਏ ਹਨ। ਹਰੇਕ ਥਾਂ 'ਤੇ ਕੰਮ ਕਰਨ ਅਤੇ ਕਰਵਾਉਣ ਦਾ ਢੰਗ ਵੱਖਰਾ ਹੁੰਦਾ ਹੈ। ਕਿਸੇ ਥਾਂ ਬੇਨਤੀ ਕਰਨੀ ਹੁੰਦੀ ਹੈ, ਕਿਸੇ ਥਾਂ ਲਿਖਤੀ ਹੁਕਮ ਜਾਰੀ ਕੀਤਾ ਜਾਂਦਾ ਹੈ। ਫੌਜੀ ਛਾਉਣੀ ਵਿੱਚ ਇੱਕ ਖੰਭਾ ਡਿੱਗ ਪਿਆ। ਕਰਨਲ ਨੇ 10 ਫੌਜੀ ਬੁਲਾਏ ਅਤੇ ਕਿਹਾ, ਇਹ ਖੰਭਾ ਕਿਵੇਂ ਖੜ੍ਹਾ ਕੀਤਾ ਜਾ ਸਕਦਾ ਹੈ? ਇਹ ਖੰਭਾ ਕਿਵੇਂ ਖੜ੍ਹਾ ਕਰੋਗੇ? ਨੇੜੇ ਹੀ ਇੱਕ ਸੂਬੇਦਾਰ ਖੜ੍ਹਾ ਸੀ। ਉਸਨੇ ਕਿਹਾ, ਸਾਹਿਬ, ਤੁਹਾਡੇ ਵਾਲਾ ਤਰੀਕਾ ਠੀਕ ਨਹੀਂ। ਕਹੋ ਖੰਭਾ ਖੜ੍ਹਾ ਕਰੋ। ਵਿਸ਼ਵ ਪ੍ਰਸਿੱਧ ਸ਼ਤਰੰਜ ਖਿਡਾਰੀ ਸਪਾਸਕੀ ਅਤੇ ਫਿਸ਼ਰ ਵਿਸ਼ਵ ਚੈਂਪੀਅਨਸ਼ਿਪ ਮੈਚਾਂ ਦੀ ਲੜੀ ਖੇਡ ਰਹੇ ਸਨ। ਸਪਾਸਕੀ ਹਾਰ ਰਿਹਾ ਸੀ, ਪਰ ਉਹ ਦਰਸ਼ਕਾਂ ਨਾਲ ਰਲ ਕੇ ਫਿਸ਼ਰ ਦੀ ਸਿਫਤ ਵਿੱਚ ਤਾੜੀਆਂ ਮਾਰ ਰਿਹਾ ਸੀ। ਇਹ ਵਿਹਾਰ ਦੱਸਦਾ ਸੀ ਕਿ ਹਾਰ ਰਿਹਾ ਸਪਾਸਕੀ ਇੱਕ ਚੰਗਾ ਖਿਡਾਰੀ ਸੀ। ਕਿਧਰੇ ਚਲੇ ਜਾਓ, ਸਭ ਪ੍ਰਕਾਰ ਦੇ ਲੋਕ ਸਭ ਥਾਵਾਂ 'ਤੇ ਮਿਲਣਗੇ। ਲੋਕਾਂ ਦੀ ਲਾਈਨ ਲੱਗੀ ਹੋਈ ਸੀ। ਇੱਕ ਸਿੱਧੜ ਵਿਅਕਤੀ ਆ ਕੇ ਅੱਗੇ ਖਲੋ ਗਿਆ। ਸਾਰਿਆਂ ਨੇ ਕਿਹਾ, ਪਿੱਛੇ ਜਾ ਕੇ ਖਲੋਵੋ। ਉੱਥੋਂ ਹਟ ਕੇ ਪਿੱਛੇ ਚਲਾ ਗਿਆ ਅਤੇ ਝੱਟ ਮਗਰੋਂ ਵਾਪਸ ਆ ਕੇ ਫਿਰ ਅੱਗੇ ਖਲੋ ਗਿਆ ਅਤੇ ਕਿਹਾ, ਪਿੱਛੇ ਪਹਿਲਾਂ ਹੀ ਕੋਈ ਖਲੋਤਾ ਹੋਇਆ ਹੈ। ਜਦੋਂ ਸਿਧਾਰਥ ਯਸ਼ੋਧਰਾ ਨੂੰ ਛੱਡ ਕੇ ਚਲਾ ਗਿਆ ਤਾਂ ਉਹ ਬਹੁਤ ਉਦਾਸ ਹੋ ਗਈ ਹੋਵੇਗੀ। ਉਸਨੇ ਆਪਣੇ ਪੁੱਤਰ ਨੂੰ ਪਾਲਣਾ ਹੀ ਆਪਣਾ ਕੁੱਲ ਵਕਤੀ ਰੁਝੇਵਾਂ ਬਣਾ ਲਿਆ ਸੀ। ਕਈਆਂ ਨੇ ਮੁੜ ਵਿਆਹ ਕਰਨ ਦਾ ਸੁਝਾਅ ਦਿੱਤਾ, ਪਰ ਯਸ਼ੋਧਰਾ ਨੇ ਇਨਕਾਰ ਕਰ ਦਿੱਤਾ। ਸਿਧਾਰਥ ਜਦੋਂ ਵਾਪਸ ਮੁੜਿਆ ਉਦੋਂ ਉਹ ਬੁੱਧ ਸੀ। ਉਹ ਸਿਧਾਰਥ ਨਹੀਂ ਸੀ। ਪਤਨੀ ਨੇ ਕਿਹਾ, ਹੁਣ ਲੋਕ ਤੁਹਾਨੂੰ ਬੁੱਧ ਕਹਿੰਦੇ ਹਨ। ਹਾਂ, ਹੁਣ ਮੈਨੂੰ ਇਸ ਨਾਂ ਨਾਲ ਬੁਲਾਇਆ ਜਾਂਦਾ ਹੈ। ਯਸ਼ੋਧਰਾ ਨੇ ਪੁੱਛਿਆ, ਪਰ ਬੁੱਧ ਦਾ ਅਰਥ ਕੀ ਹੈ? ਬੁੱਧ ਦਾ ਅਰਥ ਹੈ ਜਾਗਿਆ ਹੋਇਆ, ਜਾਣਨ ਵਾਲਾ, ਜਿਸ ਨੂੰ ਗਿਆਨ ਹੋ ਗਿਆ ਹੋਵੇ। ਯਸ਼ੋਧਰਾ ਨੇ ਕਿਹਾ, ਗਿਆਨ ਸਾਨੂੰ ਦੋਹਾਂ ਨੂੰ ਹੋਇਆ ਹੈ। ਤੁਹਾਡਾ ਗਿਆਨ ਸਾਰਾ ਸੰਸਾਰ ਜਾਣੇਗਾ, ਮੇਰਾ ਗਿਆਨ ਛੁਪਿਆ ਰਹੇਗਾ। ਬੁੱਧ ਨੇ ਪੁੱਛਿਆ, ਤੈਨੂੰ ਕੀ ਗਿਆਨ ਹੋਇਆ ਹੈ? ਯਸ਼ੋਧਰਾ ਦੀਆਂ ਅੱਖਾਂ ਅਣਵਹਾਏ ਰਹਿ ਗਏ ਅਥਰੂਆਂ ਦੀ ਚਮਕ ਨਾਲ ਜਾਗ ਪਈਆਂ। ਉਸਨੇ ਕਿਹਾ, ਮੈਨੂੰ ਇਹ ਗਿਆਨ ਪ੍ਰਾਪਤ ਹੋਇਆ ਹੈ ਕਿ ਹੌਸਲੇ ਵਾਲੀ ਬਲਵਾਨ ਔਰਤ ਨੂੰ ਮੁਕੰਮਲ ਹੋਣ ਲਈ ਕਿਸੇ ਦੀ ਲੋੜ ਨਹੀਂ। ਉਹ ਆਪਣੇ ਆਪ ਵਿੱਚ ਮੁਕੰਮਲ ਹੈ। ਚਾਰਲਸ ਡਾਰਵਿਨ ਦਾ ਪਿਤਾ ਇੱਕ ਕਾਮਯਾਬ, ਅਮੀਰ ਅਤੇ ਪ੍ਰਸਿੱਧ ਡਾਕਟਰ ਸੀ। ਉਸਨੂੰ ਆਪਣੇ 2 ਪੁੱਤਰਾਂ ਤੋਂ ਵੱਡੀਆਂ ਆਸਾਂ ਸਨ। ਚਾਰਲਸ ਪਿਤਾ ਦੀਆਂ ਆਸਾਂ 'ਤੇ ਪੂਰਾ ਉਤਰਦਾ ਵਿਖਾਈ ਨਹੀਂ ਸੀ ਦਿੰਦਾ। ਉਸਨੂੰ ਅਲਜਬਰਾ ਨਹੀਂ ਸੀ ਆਉਂਦਾ ਅਤੇ ਸਨਾਤਨੀ ਭਾਸ਼ਾਵਾਂ ਵਿੱਚ ਉਸਦੀ ਰੁਚੀ ਨਹੀਂ ਸੀ। ਉਸਦੀ ਪੁਸਤਕਾਂ ਰਾਹੀਂ ਸੰਸਾਰ ਨੂੰ ਜਾਣਨ ਵਿੱਚ ਦਿਲਚਸਪੀ ਨਹੀਂ ਸੀ। ਉਸਨੂੰ ਘਰੋਂ ਬਾਹਰਲਾ ਸੰਸਾਰ, ਤਿਤਲੀਆਂ, ਫੁੱਲ, ਪੱਥਰ, ਪੰਛੀ ਅਤੇ ਪਸ਼ੂ ਖਿੱਚ ਪਾਉਂਦੇ ਸਨ। ਪਰ ਪਿਤਾ ਲਈ ਇਹ ਸਾਰੇ ਸ਼ੌਂਕ ਸਨ ਜਿਹੜੇ ਉਪਜੀਵਿਕਾ ਦਾ ਸਾਧਨ ਨਹੀਂ ਬਣ ਸਕਦੇ ਸਨ। ਪਿਤਾ ਨੇ ਇੱਕ ਵਾਰੀ ਗੁੱਸੇ ਵਿੱਚ ਕਿਹਾ, ਤੂੰ ਪਰਿਵਾਰ ਅਤੇ ਆਪਣੇ ਆਪ ਲਈ ਕਲੰਕ ਹੋਵੇਂਗਾ। ਨਰਮ ਦਿਲ ਹੋਣ ਕਰਕੇ ਉਸਨੇ ਡਾਕਟਰੀ ਦੀ ਪੜ੍ਹਾਈ ਛੱਡ ਦਿੱਤੀ ਸੀ। ਪਿਤਾ ਨੇ ਉਸਨੂੰ ਪਾਦਰੀ ਬਣਾਉਣ ਦਾ ਯਤਨ ਕੀਤਾ, ਪਰ ਇਸ ਲਈ ਡਿਗਰੀ ਦੀ ਲੋੜ ਸੀ। ਬੜੀ ਮੁਸ਼ਕਿਲ ਨਾਲ ਦਾਖਲਾ ਮਿਲਿਆ, ਪਰ ਇੱਥੇ ਵੀ ਉਸਦੀ ਦਿਲਚਸਪੀ ਪੌਦਿਆਂ ਅਤੇ ਪਸ਼ੂਆਂ ਵਿੱਚ ਸੀ। ਸਬੱਬ ਨਾਲ ਉਸਨੂੰ ਪਤਾ ਲੱਗਾ ਕਿ ਇੱਕ ਸਮੁੰਦਰੀ ਜਹਾਜ਼ 5 ਸਾਲ ਦੀ ਲੰਮੀ ਖੋਜ ਯਾਤਰਾ 'ਤੇ ਜਾ ਰਿਹਾ ਸੀ। ਕੈਂਬਰਿਜ ਵਿੱਚ ਉਸਦੇ ਪ੍ਰੋਫੈਸਰ ਨੇ ਉਸਨੂੰ ਆਪਣੇ ਸਹਾਇਕ ਵਜੋਂ ਨਾਲ ਲੈ ਜਾਣ ਦੀ ਪੇਸ਼ਕਸ਼ ਕੀਤੀ। ਉਹ ਮਾਪਿਆਂ ਦੀ ਵਿਰੋਧਤਾ ਦੇ ਬਾਵਜੂਦ ਚਲਿਆ ਗਿਆ।
ਉਸਨੇ ਖੋਜ ਤਾਂ ਇਹਨਾਂ 5 ਸਾਲਾਂ ਵਿੱਚ ਕਰ ਲਈ ਸੀ, ਪਰ ਉਹ ਕਈ ਵਰ੍ਹੇ ਆਪਣੀ ਖੋਜ ਵਿੱਚੋਂ ਦੋਸ਼ਾਂ ਨੂੰ ਦੂਰ ਕਰਦਾ ਰਿਹਾ। ਜਦੋਂ ਉਸ ਨੂੰ ਵਿਸ਼ਵਾਸ ਹੋ ਗਿਆ, ਉਸਨੇ ਆਪਣੀ ਖੋਜ ਦੇ ਸਿੱਟੇ ਛਪਵਾਏ ਅਤੇ ਉਹ ਸੰਸਾਰ ਦਾ ਸਭ ਤੋਂ ਵੱਧ ਪ੍ਰਸਿੱਧ ਜੀਵ ਵਿਗਿਆਨੀ ਹੋ ਨਿਬੜਿਆ। ਇਸਤਰੀ ਬੜੀ ਨਿਰਾਸ਼ ਹੋ ਕੇ ਪਤੀ ਦਾ ਘਰ ਤਿਆਗਦੀ ਹੈ। ਤਲਾਕ ਪਤੀ ਲਈ ਇੱਕ ਫੈਸਲਾ ਹੁੰਦਾ ਹੈ, ਪਰ ਇਸਤਰੀ ਲਈ ਇਹ ਮੁਕੰਮਲ ਬਰਬਾਦੀ ਹੁੰਦਾ ਹੈ। ਕਿਸੇ ਹੋਰ ਪੁਰਸ਼ ਨਾਲ ਸੰਬੰਧਾਂ ਦੇ ਸ਼ੱਕ ਵਿੱਚ ਇੱਕ ਇਸਤਰੀ ਨੂੰ ਉਸਦੇ ਪਤੀ ਨੇ ਘਰੋਂ ਚਲੇ ਜਾਣ ਲਈ ਕਿਹਾ। ਜਿਸ ਵੇਲੇ ਪਤੀ ਨੇ ਜਾਣ ਲਈ ਕਿਹਾ, ਉਸ ਵੇਲੇ ਉਸਦੇ ਕਿਸੇ ਨਾਲ ਸੰਬੰਧ ਨਹੀਂ ਸਨ। ਉਹ ਪਰੇਸ਼ਾਨ ਹੋ ਕੇ ਸੋਚਦੀ ਰਹੀ। ਫਿਰ ਉਹ ਇਸ ਆਸ ਨਾਲ ਸੂਟਕੇਸ ਵਿੱਚ ਕੱਪੜੇ ਪਾਉਣ ਲੱਗ ਪਈ ਕਿ ਜੇ ਪਤੀ ਨੇ ਰੋਕਿਆ ਤਾਂ ਉਹ ਨਹੀਂ ਜਾਵੇਗੀ। ਉਹ ਜਾਣਾ ਨਹੀਂ ਸੀ ਚਾਹੁੰਦੀ। ਪਤੀ ਨੇ ਰੋਕਿਆ ਨਾ। ਪਤੀ ਲਈ ਪਤਨੀ ਨੂੰ ਰੋਕਣ ਦੇ ਕਿਤਨੇ ਹੀ ਮੌਕੇ ਸਨ, ਪਰ ਉਸਨੇ ਸਾਰੇ ਮੌਕੇ ਗਵਾ ਦਿੱਤੇ। ਪਤਨੀ ਪਤੀ ਦੇ ਘਰੋਂ ਕੱਢੀ ਜਾ ਰਹੀ ਸੀ, ਪਰ ਅਹਿਸਾਸ ਉਸ ਨੂੰ ਆਪਣੇ ਵਿਧਵਾ ਹੋਣ ਦਾ ਹੋ ਰਿਹਾ ਸੀ। ਹੁਣ ਅੰਗਰੇਜ਼ੀ ਕਿਸੇ ਭਾਸ਼ਾ ਦਾ ਨਾਂ ਨਹੀਂ, ਇਹ ਅਮੀਰ ਹੋਣ ਦਾ ਸੰਦ ਹੈ। ਅੰਗਰੇਜ਼ੀ ਇੱਕ ਮੁਹਾਰਤ ਦਾ ਨਾਂ ਹੈ। ਆਪਣੀ ਮਾਤ ਬੋਲੀ ਵਿੱਚ ਤਾਂ ਮਾਹਿਰ ਹੋਣਾ ਹੀ ਚਾਹੀਦਾ ਹੈ, ਪਰ ਹੋਰ ਭਾਸ਼ਾਵਾਂ ਵਿੱਚ ਵੀ ਨਿਪੁੰਨ ਹੋਣਾ ਜ਼ਰੂਰੀ ਹੈ। ਅੰਗਰੇਜ਼ੀ ਅਮੀਰਾਂ ਦੀ ਭਾਸ਼ਾ ਹੈ। ਇਸ ਭਾਸ਼ਾ ਵਿੱਚ ਅਮੀਰੀ ਹੈ। ਮਾਤ ਭਾਸ਼ਾ ਵਿੱਚ ਤਸੱਲੀ ਹੁੰਦੀ ਹੈ, ਜਿਉਣ ਦਾ ਰੱਜ ਹੁੰਦਾ ਹੈ। ਆਪਣੇ ਸਮਾਜ ਅਤੇ ਸੱਭਿਆਚਾਰ ਦੀ ਖੁਸ਼ਬੂ ਹੁੰਦੀ ਹੈ। ਪਰ ਕੀ ਭਾਰਤ ਵਿੱਚ ਕੋਈ ਹੈ ਜਿਸ ਦੀ ਅੰਗਰੇਜ਼ੀ ਚੰਗੀ ਹੋਵੇ ਅਤੇ ਗਰੀਬ ਹੋਵੇ? ਅੰਗਰੇਜ਼ੀ ਰੁਜ਼ਗਾਰ ਦੇ ਬੂਹੇ ਖੋਲ੍ਹਦੀ ਹੈ। ਇਹ ਇੰਜੀਨੀਅਰਿੰਗ, ਮੈਡੀਕਲ, ਵਪਾਰ, ਕੰਪਿਊਟਰ, ਕਾਨੂੰਨ ਦੀ ਭਾਸ਼ਾ ਹੈ। ਪਛੜੀਆਂ ਸੱਭਿਅਤਾਵਾਂ ਜਿਤਨੀਆਂ ਪੁਰਾਣੀਆਂ ਹੁੰਦੀਆਂ ਹਨ, ਉਸ ਨਾਲੋਂ ਵੀ ਵਧੇਰੇ ਪੁਰਾਤਨ ਸਿੱਧ ਕਰਕੇ ਭੁਲੇਖਾ ਸਿਰਜਦੀਆਂ ਹਨ। ਕਿ ਅਸੀਂ ਤਾਂ ਅਤੀਤ ਵਿੱਚ ਵੀ ਮਹਾਨ ਸਾਂ, ਸੋ ਵਰਤਮਾਨ ਵਿੱਚ ਵੀ ਸਾਨੂੰ ਮਹਾਨ ਮੰਨਿਆ ਜਾਣਾ ਚਾਹੀਦਾ ਹੈ। ਅਸਲ ਵਿੱਚ ਇਹ ਸੱਭਿਅਤਾਵਾਂ ਭੁਲੇਖੇ ਖਾਣ, ਭਰਮ ਸਿਰਜਣ, ਸੁਪਨੇ ਵੇਖਣ ਅਤੇ ਸਵੈ ਪ੍ਰਸ਼ੰਸਾ ਦੇ ਰੋਗਾਂ ਨਾਲ ਪੀੜਤ ਹੁੰਦੀਆਂ ਹਨ। ਭਾਰਤੀ ਸੱਭਿਅਤਾ ਦੀ ਉਦਾਹਰਨ ਸਾਡੇ ਸਾਹਮਣੇ ਹੈ। ਹਰ ਕੋਈ ਆਪਣੀਆਂ ਕਈ ਆਦਤਾਂ ਬਦਲਣੀਆਂ ਚਾਹੁੰਦਾ ਹੈ, ਪਰ ਬਦਲਣ ਦੀ ਹਿੰਮਤ ਨਾ ਹੋਣ ਕਾਰਨ ਪੁਰਾਣੀਆਂ ਆਦਤਾਂ ਜਾਰੀ ਰਹਿੰਦੀਆਂ ਹਨ। ਇੱਕ ਵੇਲੇ ਇੱਕ ਆਦਤ ਬਦਲਣ ਦਾ ਯਤਨ ਕਰਨ ਨਾਲ ਸਫਲਤਾ ਮਿਲ ਸਕਦੀ ਹੈ। ਜੇ ਨਵੀਂ ਆਦਤ ਦਾ 40 ਦਿਨ ਰੋਜ਼ ਅਭਿਆਸ ਕੀਤਾ ਜਾਵੇ ਤਾਂ ਪੁਰਾਣੀ ਆਦਤ ਪਿੱਛੇ ਮੁੜ ਜਾਂਦੀ ਹੈ। ਪੁਰਾਤਨ ਕਲਾ ਵਸਤਾਂ ਦੇ ਵਪਾਰੀ ਦੀ ਵਿਧਵਾ ਨੇ ਇੱਕ ਡਾਕਟਰ ਨੂੰ ਆਪਣੇ ਪੁੱਤਰ ਦਾ ਸਫਲ ਇਲਾਜ ਕਰਨ ਦੇ ਧੰਨਵਾਦ ਵਜੋਂ ਆਪਣੇ ਪੁੱਤਰ ਰਾਹੀਂ ਧਾਤ ਦਾ ਬਣਿਆ ਇੱਕ ਪੁਰਾਤਨ ਸਜਾਵਟੀ ਫੁੱਲਦਾਨ ਭੇਜਿਆ, ਜਿਸ ਦੇ ਬਾਹਰੀ ਪਾਸੇ ਅਦਭੁਤ ਮੀਨਾਕਾਰੀ ਹੋਈ ਸੀ ਅਤੇ 2 ਨਗਨ ਪਰੀਆਂ ਬਣੀਆਂ ਹੋਈਆਂ ਸਨ। ਇਹ ਇੱਕ ਬਹੁਤ ਕੀਮਤੀ ਅਤੇ ਪ੍ਰਸਿੱਧ ਕਲਾਕ੍ਰਿਤ ਸੀ। ਪੁੱਤਰ ਨੇ ਡਾਕਟਰ ਨੂੰ ਦੱਸਿਆ, ਫੁੱਲਦਾਨਾਂ ਦੀ ਜੋੜੀ ਹੋਇਆ ਕਰਦੀ ਸੀ, ਪਰ ਉਸ ਵੇਲੇ ਉਹਨਾਂ ਕੋਲ ਇੱਕ ਹੀ ਸੀ। ਪੁੱਤਰ ਦੇ ਜਾਣ ਮਗਰੋਂ ਡਾਕਟਰ ਲਈ ਉਸ ਫੁੱਲਦਾਨ ਨੂੰ ਰੱਖਣ ਦੀ ਸਮੱਸਿਆ ਉਪਜੀ, ਕਿਉਂਕਿ ਉਹ ਨਗਨ ਔਰਤਾਂ ਵਾਲੇ ਫੁੱਲਦਾਨ ਨੂੰ ਜਿੱਥੇ ਵੀ ਰੱਖੇਗਾ, ਆਉਣ ਵਾਲੇ ਮਰੀਜ਼ਾਂ 'ਤੇ ਚੰਗਾ ਪ੍ਰਭਾਵ ਨਹੀਂ ਪਏਗਾ। ਸੋ ਡਾਕਟਰ ਨੇ ਆਪਣੇ ਪਿਆਰੇ ਵਕੀਲ ਮਿੱਤਰ ਨੂੰ ਇੱਕ ਮੁਕੱਦਮੇ ਵਿੱਚ ਉਸ ਦੀਆਂ ਮੁਫਤ ਸੇਵਾਵਾਂ ਦੇ ਧੰਨਵਾਦ ਵਜੋਂ ਉਹ ਫੁੱਲਦਾਨ ਭੇਜਿਆ। ਵਕੀਲ ਦੇ ਘਰ ਵੀ ਇਸਤਰੀਆਂ ਅਤੇ ਪੁਰਸ਼ ਆਉਂਦੇ ਸਨ। ਉਹ ਵੀ ਕਾਮ ਇੱਛਾ ਨੂੰ ਉਤੇਜਿਤ ਕਰਨ ਵਾਲੇ ਇਸ ਫੁੱਲਦਾਨ ਨੂੰ ਆਪਣੀ ਬੈਠਕ ਵਿੱਚ ਰੱਖਣ ਲਈ ਤਿਆਰ ਨਹੀਂ ਸੀ। ਉਸਨੇ ਉਹ ਫੁੱਲਦਾਨ ਆਪਣੇ ਮਕਾਨ ਦਾ ਨਕਸ਼ਾ ਬਣਾਉਣ ਵਾਲੇ ਇੰਜੀਨੀਅਰ ਦੋਸਤ ਨੂੰ ਦੇ ਦਿੱਤਾ। ਇਸ ਇੰਜੀਨੀਅਰ ਨੂੰ ਵੀ ਰੱਖਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਕਿਸੇ ਨੇ ਸੁਝਾਅ ਦਿੱਤਾ ਕਿ ਸ਼ਹਿਰ ਵਿੱਚ ਪੁਰਾਤਨ ਕਲਾਕ੍ਰਿਤਾਂ ਦਾ ਸਟੋਰ ਹੈ, ਇਸ ਨੂੰ ਉੱਥੇ ਵੇਚਿਆ ਜਾ ਸਕਦਾ ਹੈ। ਉਹ ਇੰਜੀਨੀਅਰ ਉਸ ਦੁਕਾਨ 'ਤੇ ਫੁੱਲਦਾਨ ਨੂੰ ਚੰਗੀ ਕੀਮਤ 'ਤੇ ਵੇਚ ਆਇਆ। ਮਾਲਕਨ ਇਸਤਰੀ ਇਸ ਨੂੰ ਖਰੀਦ ਕੇ ਬੜੀ ਪ੍ਰਸੰਨ ਹੋਈ। ਇਸ ਕਲਾਕ੍ਰਿਤ ਨੂੰ ਲੈ ਕੇ ਉਹ ਪੁੱਤਰ ਦਾ ਇਲਾਜ ਕਰਨ ਵਾਲੇ ਡਾਕਟਰ ਕੋਲ ਆਪ ਗਈ ਅਤੇ ਉਸ ਨੂੰ ਕਿਹਾ, ਫੁੱਲਦਾਨਾਂ ਦੀ ਜੋੜੀ ਵਾਲਾ ਦੂਜਾ ਫੁੱਲਦਾਨ ਵੀ ਮਿਲ ਗਿਆ ਹੈ। ਤੁਹਾਡੇ ਘਰ ਦੋਵੇਂ ਇਕੱਠੇ ਪਏ ਹੋਰ ਵੀ ਸੋਹਣੇ ਲੱਗਣਗੇ। ਕੌਣ ਚੰਗੇਰਾ ਜੀਵਨ ਜਿਉਂਦੇ ਹਨ? ਸੋਚ ਸਮਝ ਕੇ ਫੈਸਲੇ ਕਰਨ ਵਾਲੇ ਜਾਂ ਲਾਪਰਵਾਹੀ ਨਾਲ ਜੀਵਨ ਜਿਉਣ ਵਾਲੇ। ਇੱਕ ਭਰਾ ਕੰਮ ਕਰਦਾ ਸੀ, ਆਪਣਾ ਪਰਿਵਾਰ ਪਾਲਦਾ ਸੀ, ਬੱਚਤ ਕਰਦਾ ਸੀ, ਸਧਾਰਨ ਜੀਵਨ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਸੀ। ਦੂਜਾ ਲਾਪਰਵਾਹ ਸੀ,
ਜੋ ਕਮਾਉਂਦਾ ਸੀ ਖਰਚਦਾ ਸੀ, ਨਵੇਂ ਤਜਰਬੇ ਕਰਦਾ ਸੀ। ਵਿਆਹ ਹੀ ਨਹੀਂ ਸੀ ਕਰਵਾਇਆ, ਜ਼ਿੰਮੇਵਾਰੀ ਹੈ ਹੀ ਨਹੀਂ ਸੀ। ਉਹ ਕਈ ਔਰਤਾਂ ਦੇ ਸੰਪਰਕ ਵਿੱਚ ਆਇਆ। ਉਸਨੇ ਪ੍ਰਸੰਨ ਸਾਰੀਆਂ ਨੂੰ ਕੀਤਾ, ਪਰ ਬੰਨਣ ਕਿਸੇ ਦਾ ਨਾ ਸਵੀਕਾਰਿਆ। ਉਸਨੇ ਇੱਕ ਅਮੀਰ ਵਿਧਵਾ ਦੀ ਇੱਕ ਹਾਦਸੇ ਵਿੱਚ ਜਾਨ ਬਚਾਈ ਸੀ। ਉਸ ਦੇ ਕਹਿਣ 'ਤੇ ਇਸਨੇ ਉਸ ਨਾਲ ਵਿਆਹ ਕਰ ਲਿਆ ਸੀ। ਕੁਝ ਚਿਰ ਮਗਰੋਂ ਉਹ ਚਲਾਣਾ ਕਰ ਗਈ ਅਤੇ ਉਸ ਲਈ ਬੀਮੇ ਦੇ 5 ਲੱਖ ਪਾਉਂਡ ਅਤੇ 3 ਵੱਡੇ ਸ਼ਾਹਾਨਾ ਮਕਾਨ, ਜਿਨ੍ਹਾਂ ਵਿੱਚੋਂ ਇੱਕ ਲੰਡਨ ਸ਼ਹਿਰ ਵਿੱਚ ਸੀ, ਛੱਡ ਗਈ। ਇਹਨਾਂ ਵਿੱਚੋਂ ਇੱਕ ਮਕਾਨ ਉਸਨੇ ਉਸ ਨੂੰ ਨਿਕੰਮਾ ਦੱਸਣ ਵਾਲੇ ਭਰਾ ਨੂੰ ਦੇ ਦਿੱਤਾ। ਪਰੰਪਰਕ ਜੀਵਨ ਜਿਉਣ ਵਾਲੇ ਸੁੱਖ ਵਧੇਰੇ ਮਾਣਦੇ ਹਨ, ਪਰ ਲਾਪਰਵਾਹੀ ਨਾਲ ਜਿਉਣ ਵਾਲੇ ਜ਼ਿੰਦਗੀ ਵਧੇਰੇ ਜਿਉਂਦੇ ਹਨ। ਜਿੱਥੇ ਜਾਂਦੇ ਹਨ ਉੱਥੇ ਦੇ ਹੋ ਜਾਂਦੇ ਹਨ, ਜਿਸ ਨੂੰ ਮਿਲਦੇ ਹਨ ਉਸ ਦੇ ਹੋ ਜਾਂਦੇ ਹਨ। ਇਹ ਵਰਤਮਾਨ ਵਿੱਚ ਜਿਉਂਦੇ ਹਨ। ਬਚਪਨ ਤੋਂ ਹੀ ਲੜਕੀਆਂ ਦੀ ਸੂਝ ਤਿੱਖੀ, ਆਲੇ ਦੁਆਲੇ ਬਾਰੇ ਚੇਤਨਾ ਵਧੇਰੇ, ਕਿਸੇ ਵੱਲੋਂ ਵੇਖੇ ਜਾਣ ਦੀ ਸੋਝੀ ਵੱਧ, ਆਪਣੇ ਆਪ ਬਾਰੇ ਸੋਚ ਗਹਿਰੀ, ਚੰਗੇ ਲੱਗਣ ਦੀ ਇੱਛਾ ਤੀਬਰ ਅਤੇ ਪ੍ਰਵਾਨਗੀ ਦੀ ਤਾਂਘ ਵਧੇਰੇ ਹੁੰਦੀ ਹੈ। ਇਹ ਪੱਖ ਉਹਨਾਂ ਦੇ ਸਮੁੱਚੇ ਵਿਹਾਰ ਨੂੰ ਨਿਰਧਾਰਤ ਕਰਦੇ ਹਨ। ਦੂਜਿਆਂ ਦੇ ਇਰਾਦਿਆਂ ਨੂੰ ਸਮਝਣ ਵਿੱਚ ਲੜਕੀਆਂ ਵਧੇਰੇ ਮਾਹਿਰ ਹੁੰਦੀਆਂ ਹਨ। ਉਹ ਸਹੀ ਗਲਤ ਦਾ ਅੰਤਰ ਜਾਣਦੀਆਂ ਹਨ, ਪਰ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਭਾਵਕ ਹੋਣ ਕਰਕੇ ਉਹਨਾਂ ਦੇ ਗੁੰਮਰਾਹ ਹੋਣ ਅਤੇ ਧੋਖਾ ਖਾਣ ਦੀਆਂ ਸੰਭਾਵਨਾਵਾਂ ਵਧੇਰੇ ਹੁੰਦੀਆਂ ਹਨ। ਇਹ ਸਰੀਰਕ ਪੱਖੋਂ ਮੁੰਡਿਆਂ ਨਾਲੋਂ ਕਮਜ਼ੋਰ ਹੁੰਦੀਆਂ ਹਨ, ਪਰ ਇਹਨਾਂ ਦੀ ਕਲਪਨਾ ਵਧੇਰੇ ਸ਼ਕਤੀਸ਼ਾਲੀ ਅਤੇ ਵਿਸ਼ਾਲ ਹੁੰਦੀ ਹੈ। ਇਹ ਬੋਲਣਾ, ਪੜ੍ਹਨਾ, ਲਿਖਣਾ ਜਲਦੀ ਸਿੱਖਦੀਆਂ ਹਨ। ਇਹ ਸੁਭਾਅ ਵਜੋਂ ਵੀ ਕਲਾਕਾਰ ਹੁੰਦੀਆਂ ਹਨ। ਜਦੋਂ ਤੱਕ ਪਰਿਵਾਰ ਵਿੱਚ ਧੀ ਨਾ ਹੋਵੇ, ਪੁਰਸ਼ ਵਿੱਚ ਪਿਤਾ ਵਾਲੇ ਗੁਣ ਨਹੀਂ ਉਪਜਦੇ ਅਤੇ ਪਿਤਾ ਅਤੇ ਭਰਾਵਾਂ ਦਾ ਵਿਹਾਰ ਸਹੀ ਲੀਹ 'ਤੇ ਨਹੀਂ ਪੈਂਦਾ। ਯਹੂਦੀਆਂ ਅਤੇ ਪਾਰਸੀਆਂ ਵਿੱਚ ਕੋਈ ਵਿਅਕਤੀ ਨਿਕੰਮਾ ਨਹੀਂ ਹੁੰਦਾ। ਇਹ ਨੌਕਰ ਨਹੀਂ, ਮਾਲਕ ਬਣਦੇ ਹਨ। ਇਹ ਸ਼ਹਿਰੀ ਹੁੰਦੇ ਹਨ, ਸ਼ਹਿਰਾਂ ਵਿੱਚ ਰਹਿੰਦੇ ਹਨ। ਜਿੱਥੇ ਰਹਿੰਦੇ ਹਨ ਉਹ ਸ਼ਹਿਰ ਬਣ ਜਾਂਦੇ ਹਨ। ਇਹ ਜਿੱਥੇ ਵੀ ਜਾਂਦੇ ਹਨ ਕਾਰੋਬਾਰ ਕਰਦੇ ਹਨ, ਉੱਥੇ ਕਾਮਯਾਬ ਹੁੰਦੇ ਹਨ। ਇਹ ਜਾਂਦੇ ਹੀ ਉੱਥੇ ਹਨ ਜਿੱਥੇ ਕਾਮਯਾਬੀ ਉਡੀਕ ਰਹੀ ਹੁੰਦੀ ਹੈ। ਇਹਨਾਂ ਕੋਲ ਕਾਮਯਾਬੀ ਦੇ ਪਰਖੇ ਹੋਏ ਮੰਤਰ ਹੁੰਦੇ ਹਨ। ਲੋਕ ਬੈਂਕਾਂ ਵਿੱਚ ਖਾਤੇ ਖੋਲ੍ਹਦੇ ਹਨ, ਇਹ ਬੈਂਕ ਖੋਲ੍ਹਦੇ ਹਨ। ਅਮਰੀਕਾ ਦੇ ਲਗਭਗ ਸਾਰੇ ਵੱਡੇ ਬੈਂਕਾਂ ਦੇ ਮਾਲਕ ਯਹੂਦੀ ਹਨ। ਇਹਨਾਂ ਦੀ ਸੋਚ ਅਤੇ ਵਿਹਾਰ ਵਿੱਚ ਸਫਲਤਾ ਲੁਕੀ ਹੁੰਦੀ ਹੈ। ਇਹ ਅਸਫਲ ਹੋਣਾ ਜਾਣਦੇ ਹੀ ਨਹੀਂ। ਭਾਰਤ ਵਿੱਚ ਟਾਟਾ ਪਰਿਵਾਰ ਪਾਰਸੀ ਹੈ। ਸੋਨਾ ਵੇਚਣ ਖਰੀਦਣ ਦੇ ਭਾਰਤ ਵਿੱਚ ਵੱਡੇ ਵਪਾਰੀ ਪਾਰਸੀ ਹਨ। ਅਜੇ ਤੱਕ ਕਿਸੇ ਟਾਟਾ ਕੰਪਨੀ ਵਿੱਚ ਹੜਤਾਲ ਨਹੀਂ ਹੋਈ। ਟਾਟਾ ਦੀਆਂ 1000 ਤੋਂ ਵਧੇਰੇ ਕੰਪਨੀਆਂ ਹਨ। ਕੁਝ ਨਵਾਂ ਸੋਚਣ ਅਤੇ ਕੁਝ ਨਵਾਂ ਕਰਨ ਦਾ ਵਿਅਕਤੀਗਤ ਸਾਹਸ ਜਵਾਨੀ ਵਿੱਚ ਹੁੰਦਾ ਹੈ। ਅਮਰੀਕਾ ਜਵਾਨਾਂ ਦਾ ਦੇਸ਼ ਹੈ। ਇਹ ਸੰਸਾਰ ਭਰ ਦੇ ਜਵਾਨਾਂ ਨੂੰ ਖਿੱਚਦਾ ਹੈ। ਇਹ ਜਵਾਨ ਅਮਰੀਕਾ ਨੂੰ ਜਵਾਨ ਰੱਖਦੇ ਹਨ। ਅਮਰੀਕਾ ਵਿੱਚ ਬੁੱਢੇ ਵੀ ਜਵਾਨ ਹਨ, ਜਦੋਂ ਕਿ ਪਰੰਪਰਾਗਤ ਦੇਸ਼ਾਂ ਵਿੱਚ ਜਵਾਨ ਵੀ ਅਧਖੜਾਂ ਵਾਂਗ ਵਿਹਾਰ ਕਰਦੇ ਹਨ। ਅੰਤਰ ਸਾਫ਼ ਦਿਖਾਈ ਦਿੰਦਾ ਹੈ। ਜਦੋਂ ਕੁਝ ਮਹੱਤਵਪੂਰਨ ਕਰਨ ਲੱਗੋਗੇ ਤਾਂ ਪਹਿਲਾਂ ਤੁਹਾਡੇ ਸੁਪਨੇ ਯਥਾਰਥ ਨਾਲ ਟਕਰਾਉਣਗੇ। ਬੜੀ ਨਿਰਾਸ਼ਤਾ ਹੋਵੇਗੀ। ਕੁਝ ਵੀ ਵਿਉਂਤ ਅਨੁਸਾਰ ਨਹੀਂ ਵਾਪਰੇਗਾ। ਤੁਸੀਂ ਉਹ ਕਾਰਜ ਤਿਆਗਣ ਬਾਰੇ ਸੋਚੋਗੇ, ਪਰ ਜੇ ਅੜੇ ਰਹੋਗੇ, ਜੂਝਦੇ ਰਹੋਗੇ, ਤਾਂ ਸੁਪਨੇ ਕੁਝ ਸੰਭਵ ਪ੍ਰਤੀਤ ਹੋਣ ਲੱਗ ਪੈਣਗੇ ਅਤੇ ਨਿਰਾਸ਼ਤਾ ਦੀ ਥਾਂ ਤਸੱਲੀ ਲੈਣ ਲੱਗ ਪਏਗੀ। ਤੁਹਾਡੀ ਹਿੰਮਤ ਵੱਧ ਜਾਵੇਗੀ। ਵਧੇ ਹੋਏ ਹੌਸਲੇ ਅਤੇ ਅਨੁਭਵ ਨਾਲ ਜੋ ਕਰਨਾ ਚਾਹਿਆ ਸੀ, ਉਹ ਕਰਨ ਵਿੱਚ ਸਫਲਤਾ ਮਿਲਣ ਲੱਗ ਜਾਵੇਗੀ। ਹੌਲੀ ਹੌਲੀ ਤੁਸੀਂ ਸਫਲ ਹੀ ਨਹੀਂ ਹੋਵੋਗੇ, ਹੋਰਾਂ ਲਈ ਉਦਾਹਰਨ ਵੀ ਬਣ ਜਾਵੋਗੇ। ਮਨੋਵਿਗਿਆਨਕ ਖੋਜ ਦੱਸਦੀ ਹੈ ਕਿ ਪਿਆਰ ਦੇ ਮੁੱਢਲੇ ਦੌਰ ਵਿੱਚ ਪ੍ਰਸੰਨਤਾ ਲਗਭਗ 80% ਅਤੇ ਪਰੇਸ਼ਾਨੀ ਲਗਭਗ 20% ਹੁੰਦੀ ਹੈ। ਹੌਲੀ ਹੌਲੀ ਇਹ ਅਨੁਪਾਤ ਉਲਟਣ ਲੱਗ ਪੈਂਦਾ ਹੈ, ਜਿਸ ਕਾਰਨ ਪ੍ਰੇਮੀ ਰੋਗੀਆਂ ਵਾਂਗ ਪ੍ਰਤੀਤ ਹੋਣ ਲੱਗ ਪੈਂਦੇ ਹਨ। ਜਦੋਂ ਪ੍ਰਸੰਨਤਾ ਲਗਭਗ 10% ਰਹਿ ਜਾਂਦੀ ਹੈ ਤਾਂ ਆਤਮਘਾਤ ਦੇ ਭਾਵ ਉਪਜਦੇ ਹਨ। ਪਰ ਪ੍ਰੇਮੀ ਪ੍ਰੇਮਿਕਾ ਦੋਵੇਂ ਅਨੁਪਾਤ ਦੇ ਸੁਧਰਨ ਦੀ ਆਸ ਵਿੱਚ ਜੁੜੇ ਰਹਿੰਦੇ ਹਨ। ਪਹਿਲੇ ਪਿਆਰ ਵਾਲੇ ਪ੍ਰੇਮੀਆਂ ਵਿੱਚ ਬੇਚੈਨੀ, ਤਣਾਅ, ਨਿਰਾਸ਼ਤਾ ਅਤੇ ਪਰੇਸ਼ਾਨੀ ਬਰਦਾਸ਼ਤ ਕਰਨ ਦੀ ਸਮਰੱਥਾ ਨਹੀਂ ਹੁੰਦੀ, ਜਿਸ ਕਾਰਨ ਉਹ ਵਿਆਹ ਕਰਨ ਦੀ ਜਿੱਦ ਕਰਦੇ ਹਨ ਅਤੇ ਵਿਆਹ ਕਰਵਾ ਕੇ ਉਹ ਪ੍ਰਸੰਨਤਾ ਪਰੇਸ਼ਾਨੀ ਵਿੱਚ ਗੋਤੇ ਖਾਂਦੇ ਭੀੜ ਵਿੱਚ ਗਵਾ ਜਾਂਦੇ ਹਨ, ਕਿਉਂਕਿ ਆਲੇ ਦੁਆਲੇ ਦੀ ਉਹਨਾਂ ਵਿੱਚ ਦਿਲਚਸਪੀ ਮੁੱਕ ਜਾਂਦੀ ਹੈ।
ਪੁਰਾਤਨ ਯੂਨਾਨ ਵਿੱਚ ਲਿਖਣ ਨੂੰ ਬੋਲਣ ਨਾਲੋਂ ਨੀਵਾਂ ਸਮਝਿਆ ਜਾਂਦਾ ਸੀ। ਲਿਖਣ ਦਾ ਕਾਰਜ ਅਕਸਰ ਉਹ ਕਰਦੇ ਸਨ ਜਿਨ੍ਹਾਂ ਦੀ ਯਾਦ ਸ਼ਕਤੀ ਕਮਜ਼ੋਰ ਹੁੰਦੀ ਸੀ। ਯੂਨਾਨੀ ਭਾਸ਼ਣ ਕਲਾ ਦੇ ਮਾਹਿਰ ਸਨ। ਫੌਜ ਨੂੰ ਸੰਬੋਧਨ ਕਰਨਾ, ਕਿਸੇ ਯੋਧੇ ਦੇ ਮਰਨ 'ਤੇ ਸ਼ਰਧਾਂਜਲੀ ਭੇਟ ਕਰਨੀ, ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰਨਾ ਅਤੇ ਸੈਨੇਟ ਵਿੱਚ ਆਪਣੀਆਂ ਮੰਗਾਂ ਪੇਸ਼ ਕਰਨ ਵਿੱਚ ਯੂਨਾਨੀ ਮਾਹਿਰ ਸਨ। ਯੂਨਾਨ ਵਿੱਚ ਭਾਸ਼ਣ ਕਲਾ ਨੂੰ ਇੱਕ ਵਿਸ਼ੇ ਵਜੋਂ ਪੜ੍ਹਾਇਆ ਜਾਂਦਾ ਸੀ। ਸੰਸਾਰ ਨੂੰ ਭਾਸ਼ਣ ਕਲਾ ਯੂਨਾਨੀਆਂ ਨੇ ਸਿਖਾਈ ਹੈ। ਪੁਰਸ਼ ਅਕਸਰ ਔਰਤਾਂ ਅਤੇ ਲੜਕੀਆਂ ਬਾਰੇ ਫੈਸਲੇ ਕਰਨੇ ਆਪਣਾ ਅਧਿਕਾਰ ਸਮਝਦੇ ਹਨ ਅਤੇ ਬਹੁਤੇ ਫੈਸਲੇ ਰੋਕਾਂ ਲਾਉਣ ਸੰਬੰਧੀ ਹੁੰਦੇ ਹਨ। ਇੱਕ ਕਾਲਜ ਵਿੱਚ ਪ੍ਰਬੰਧਕ ਪੁਰਸ਼ਾਂ ਨੇ ਕਾਲਜ ਵਿੱਚ ਵਿਦਿਆਰਥਣਾਂ ਲਈ ਪਹਿਰਾਵੇ ਦੇ ਸਕੂਲਾਂ ਵਾਲੇ ਨੇਮ ਲਾਗੂ ਕਰ ਦਿੱਤੇ। ਕਿਸੇ ਨਹੀਂ ਮੰਨੇ ਕਿਉਂਕਿ ਉਹ ਮੰਨਣਯੋਗ ਹੈ ਹੀ ਨਹੀਂ ਸਨ। ਉਸੇ ਕਾਲਜ ਵਿੱਚ ਲੜਕੀਆਂ ਵਾਸਤੇ ਵੱਖਰੀ ਬੱਸ ਚਲਾਈ ਗਈ, ਫੇਲ ਹੋ ਗਈ ਕਿਉਂਕਿ ਲੜਕੀਆਂ ਕਾਲਜ ਵਿੱਚ ਲੜਕਿਆਂ ਨਾਲ ਆਉਣਾ ਜਾਣਾ ਪਸੰਦ ਕਰਦੀਆਂ ਸਨ। ਅਜਿਹਾ ਸਧਾਰਨ ਬੱਸਾਂ ਵਿੱਚ ਹੀ ਸੰਭਵ ਸੀ, ਜਿਸ ਕਾਰਨ ਉਹ ਕਾਲਜ ਦੀ ਬੱਸ ਨਹੀਂ ਸੀ ਚੜ੍ਹਦੀਆਂ। ਅਮਰੀਕਾ ਅਤੇ ਯੂਰਪ ਵਿੱਚ ਕੇਵਲ ਲੜਕੀਆਂ ਦੇ ਸਕੂਲ ਕਾਲਜ ਫੇਲ ਹੋ ਗਏ ਹਨ। ਭਾਰਤ ਵਿੱਚ ਕੇਵਲ ਲੜਕੀਆਂ ਵਾਸਤੇ ਯੂਨੀਵਰਸਿਟੀਆਂ ਖੋਲ੍ਹੀਆਂ ਜਾ ਰਹੀਆਂ ਹਨ। ਇਹਨਾਂ ਯੂਨੀਵਰਸਿਟੀਆਂ ਦੀ ਕਾਰਗੁਜ਼ਾਰੀ ਨੀਵੀਂ ਹੀ ਰਹੇਗੀ। ਲੜਕੀਆਂ ਉੱਤੇ ਭਾਂਤ-ਭਾਂਤ ਦੀਆਂ ਪਾਬੰਦੀਆਂ ਲਾ ਕੇ ਪੁਰਸ਼ ਹਾਸੋਹੀਣੇ ਸਿੱਧ ਹੋ ਰਹੇ ਹਨ। ਹੁਣ ਮੁਸਲਿਮ ਦੇਸ਼ਾਂ ਵਿੱਚ ਵੀ ਲੜਕੀਆਂ, ਇਸਤਰੀਆਂ ਆਪਣੇ ਫੈਸਲੇ ਆਪ ਕਰਨ ਲੱਗ ਪਈਆਂ ਹਨ। ਬੁਰਕਾ ਹੁਣ ਅਨਪੜ੍ਹ ਮੁਸਲਿਮ ਔਰਤਾਂ ਹੀ ਪਹਿਨਦੀਆਂ ਹਨ। ਪੜ੍ਹੀਆਂ ਲਿਖੀਆਂ ਇਸਤਰੀਆਂ ਆਧੁਨਿਕ ਲਿਬਾਸ ਪਹਿਨਦੀਆਂ ਹਨ। ਇਸਤਰੀਆਂ ਨੇ ਲਿਬਾਸ ਦੇ ਪੱਖੋਂ ਨਿੱਤ ਨਵੇਂ ਪ੍ਰਯੋਗ ਕਰਨੇ ਹੁੰਦੇ ਹਨ। ਇੱਕੋ ਜਿਹਾ ਲਿਬਾਸ ਪਹਿਨਣ ਵਾਲੇ ਪੁਰਸ਼ ਇਹ ਗੱਲ ਸਮਝਦੇ ਹੀ ਨਹੀਂ। ਵਹਿਮੀ ਹੀ ਰਹਿੰਦੇ ਹਨ। ਇੱਕ ਵਿਅਕਤੀ ਨੇ ਨਵਾਂ ਸਕੂਟਰ ਬੁੱਕ ਕਰਵਾਇਆ। ਸ਼ਨੀਵਾਰ ਮਿਲਣਾ ਸੀ। ਮਾਂ ਅਤੇ ਪਤਨੀ ਨੇ ਕਿਹਾ, ਸ਼ਨੀਵਾਰ ਲੋਹਾ ਨਹੀਂ ਖਰੀਦਣਾ। ਜੇ ਉਹ ਸ਼ਨੀਵਾਰ ਸਕੂਟਰ ਨਾ ਲੈਂਦਾ ਤਾਂ ਫਿਰ ਮਹੀਨੇ ਮਗਰੋਂ ਸਕੂਟਰਾਂ ਦੀ ਅਗਲੀ ਸਪਲਾਈ ਵਿੱਚੋਂ ਮਿਲਣਾ ਸੀ। ਉਸਨੇ ਸਕੂਟਰ ਸ਼ਨੀਵਾਰ ਲੈ ਲਿਆ, ਕਿਸੇ ਦੇ ਘਰ ਰੱਖ ਦਿੱਤਾ, ਕਿਸੇ ਹੋਰ ਦਿਨ ਆਪਣੇ ਘਰ ਲੈ ਆਂਦਾ। ਪਤਨੀ ਨੇ ਸਕੂਟਰ 'ਤੇ ਕਾਲੀ ਪਰਾਂਦੀ ਬੰਨ੍ਹ ਦਿੱਤੀ। ਵਹਿਮ ਮੁਕਤ ਹੋਣਾ ਸੌਖਾ ਨਹੀਂ ਹੁੰਦਾ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।